ਜਸਬੀਰ ਮੰਡ ਦਾ ਨਾਵਲ ਬੋਲ ਮਰਦਾਨਿਆਂ ਦਾ 15ਵਾਂ ਅੰਗ। ਮਰਦਾਨੇ ਨੇ ਰਬਾਬ ਉੱਪਰ ਮੁੱਕਲੀ ਜੀ ਬੁੱਕਲ ਮਾਰੀ। ਧੁੰਦਾਂ ਦੇ ਦਿਨ ਸਨ, ਨਾ ਆਕਾਸ਼ ਦਿਸਦਾ ਸੀ, ਨਾ ਪਹਾੜਾਂ ਦੀਆਂ ਕਤਾਰਾਂ। ਪੈਰ ਦਿਸਦੇ ਸਨ ਤੇ ਪੈਰਾਂ ਥੱਲੇ ਦੀ ਜ਼ਮੀਨ ਦਿਸਦੀ ਸੀ। ਅੱਗੇ ਚੱਲਦੇ ਬਾਬੇ ਦੇ ਸਿਰ ਉੱਤੇ ਗਾਉਣ ਦੀ ਸਮੱਗਰੀ ਸੀ। ਅੱਜ ਸਵੇਰੇ ਉਹਨੇ ਪਹਿਲੇ ਪੜਾਅ 'ਤੇ ਕੱਲ੍ਹ ਵਾਲੀ ਸਮੱਗਰੀ ਲਿਖ ਕੇ ਸਾਂਭ ਲਈ ਸੀ। ਬਹੁਤ ਨੇੜੇ ਹੋ ਕੇ ਚਾਦਰ ਉੱਤੇ ਅੱਜ ਦੀ ਸਿਆਹੀ ਦਾ ਤਾਜ਼ਾ ਚਟਾਕ ਦਿਸਦਾ। ਬਾਬਾ ਕਲਮ ਡੁਬੋ ਕੇ ਦੁਬਾਰਾ ਸਿਆਹੀ ਝਾੜਦਾ ਕਦੇ ਨਹੀਂ ਸੀ ਵੇਖਿਆ। ਉਹਦੀ ਕਲਮ ਸਿੱਧੀ ਦੁਆਤ ਤੋਂ ਕਾਗਜ਼ ਵੱਲ ਜਾਂਦੀ। ਅੱਜ ਦਾ ਚਟਾਕ ਸ਼ਾਇਦ ਸਿੱਧਾ ਦੁਆਤ ਤੋਂ ਹੀ ਆਇਆ ਸੀ। ਅਜੇ ਕਿੰਨੇ ਹੀ ਬਣਦੇ ਧੁੰਦਲੇ ਹੁੰਦੇ ਤੇ ਮਿਟਦੇ ਦਾਗ ਅਕਸਰ ਪਿੱਛੇ ਚੱਲਦੇ ਮਰਦਾਨੇ ਦਾ ਧਿਆਨ ਖਿੱਚ ਲੈਂਦੇ ਤੇ ਕੁਝ ਦੇਰ ਲਈ ਰਸਤਿਆਂ ਦੇ ਬੇਲੋੜੇ ਅਕੇਵਿਆਂ ਤੋਂ ਦੂਰ ਲੈ ਜਾਂਦੇ। ਕੱਲ੍ਹ ਬਾਬੇ ਦੇ ਕਾਸੇ ਕਰਮੰਡਲ ਦੀ ਡੰਡੀ ਟੁੱਟ ਗਈ ਸੀ। ਕੱਛ 'ਚ ਦਿੱਤਾ ਉਹ ਤਿਕੋਨਾ ਆਕਾਰ ਕਈ ਵਾਰ ਕਿਸੇ ਪੰਛੀ ਦਾ ਭੁਲੇਖਾ ਪਾ ਦਿੰਦਾ। ਜਿਸ ਦਿਨ ਬਾਬੇ ਨੇ ਦਿਨ 'ਚ ਕਈ ਵਾਰ ਲਿਖਣਾ ਹੁੰਦਾ, ਉਸ ਦਿਨ ਅਕਸਰ ਕਲਮ ਤੇ ਦੁਆਤ ਕਾਸੇ 'ਚ ਹੀ ਸਫ਼ਰ ਕਰਦੇ। ਕੱਲ੍ਹ ਦੁਪਹਿਰ ਵੇਲੇ ਗਜਾ ਤੇ ਇੱਕ ਬੰਦੇ ਨੇ ਪੁੱਛ ਹੀ ਲਿਆ ਸੀ, ਫਕੀਰੋ, ਕਾਸੇ ਵਿੱਚ ਕਲਮ ਦੁਆਤ, ਇੱਕ ਭਾਂਡਾ ਹੋਰ ਰੱਖ ਲਓ ਤਾਂ। ਸੂਰਜ ਥੋੜ੍ਹਾ ਦਿਸਣ ਲੱਗਾ ਸੀ। ਸਿਆਲੂ ਦੁਪਹਿਰ ਦੇ ਠਰ ਫੁੱਟੇ ਬੁੱਲੇ ਆਏ। ਰਜਾਈਆਂ ਵਾਂਗ ਪਲਸੇਟੇ ਮਾਰਦੀ ਧੁੰਦ ਥੋੜ੍ਹੀ ਉੱਚੀ ਦਿਸਣ ਲੱਗੀ। ਅੱਗੇ ਰੇਤੀਲੇ ਟਿੱਬੇ ਦੀਆਂ ਪੈੜਾਂ ਸਨ। ਠੰਡੀ ਰੇਤੇ ਉੱਤੇ ਹਾਲੇ ਤਰੇਲ ਕੋਸੀ ਨਹੀਂ ਸੀ ਹੋਈ। ਭਿੱਜਦੇ ਪੈਰਾਂ ਉੱਪਰ ਬਹੁਤ ਠੰਡੇ ਛਿੱਟੇ ਪੈ ਰਹੇ ਸਨ। ਟਿੱਲੇ ਤੋਂ ਬਾਅਦ ਪਿੰਡ ਦਿਸਣ ਲੱਗ ਪਏ ਸਨ। ਪਿੰਡਾਂ ਦੇ ਬਾਹਰ ਬੱਕਰੀਆਂ ਦੇ ਬਾੜੇ ਸਨ। ਠੰਡੀ ਹਵਾ ਦੇ ਬੁੱਲਿਆਂ ਨਾਲ ਵਾੜਿਆਂ 'ਚ ਝੁੰਡ ਬਣ ਕੇ ਕੰਨ ਸੁੱਟੀ ਬੈਠੀਆਂ ਬੱਕਰੀਆਂ ਚੁੱਪ ਸਨ। ਅੱਗੇ ਬੇਰੀਆਂ ਦੇ ਝੁੰਡ ਸਨ। ਉੱਚੇ ਬਰੋਟੇ ਉੱਪਰ ਝੰਡੀਆਂ ਵਾਂਗ ਲਹਿਰਾਉਂਦੇ ਬੇਦ ਦਿਸੇ। ਪੱਕੇ ਮੰਦਰ ਦੇ ਕਲਸ਼ ਉੱਤੇ ਚੌੜੀ ਤਰੇੜ ਦਿਸੀ। ਮੋੜ ਦੇ ਅੱਧ ਵਿਚਕਾਰ ਮਸੀਤ ਦੇ ਬੁਰਜ ਦਿਸੇ। ਇਹ ਸਭ ਜਾਣੇ ਪਛਾਣੇ ਪਿੰਡ ਕਿਉਂ ਜਾਪ ਰਹੇ ਸਨ? ਇੱਧਰੋਂ ਪਹਿਲੀ ਫੇਰੀ 'ਤੇ ਹੀ ਤਾਂ ਆ ਰਹੇ ਸਨ। ਬਹੁਤ ਦੇਰ ਪਹਿਲਾਂ ਧੁੰਦਲੇ ਧੁੰਦਲੇ ਪਰਛਾਵਿਆਂ ਵਰਗੀਆਂ ਯਾਦਾਂ ਨੇ ਉਦੋਂ ਸੁਰਤ ਲਈ ਜਦੋਂ ਸਾਹਮਣੇ ਚੁਰਾਹੇ ਵਾਲੇ ਖੂਹ ਦੇ ਸਿਰ 'ਤੇ ਲੋਹੇ ਦੀਆਂ ਮੋਰਨੀਆਂ ਦੀ ਤਿੱਕੜੀ ਦਿਸੀ। ਜਦੋਂ ਰੇੜਾ ਚੱਲਦਾ ਤਾਂ ਮੋਰਨੀਆਂ ਉੱਪਰ ਗੁਲਾਈ 'ਚ ਘੁੰਮਦੀਆਂ। ਫਿਰ ਵੀ ਯਾਦਾਂ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਜਦੋਂ ਬੀਹੀ 'ਚ ਖੜ੍ਹੇ ਇੱਕ ਬਜ਼ੁਰਗ ਦੀ ਆਵਾਜ਼ ਸੁਣੀ। ਅੱਜ ਕੱਲ੍ਹ ਮੂਲੇ ਦੇ ਜਵਾਈ ਦੀਆਂ ਬੜੀਆਂ ਧੂਮਾਂ ਨੇ। ਇੱਕ ਵਾਰ ਤਾਂ ਸੁਲਤਾਨਪੁਰ ਦੇ ਬ੍ਰਹਮ ਭੋਜ ਦੇ ਵਿਵਾਦ ਵਰਗੀ ਧਮਕ ਪਈ, ਪਰ ਦੂਜੇ ਹੀ ਪਾਲੋ ਤੋਂ ਚੁੱਪ ਨਹੀਂ ਰਿਹਾ ਗਿਆ। ਬਾਬਾ ਤੇਰਾ ਸਹੁਰਾ ਪਿੰਡ ਏ, ਪੱਖੋ ਕੀ? ਬਾਬੇ ਨੇ ਪੰਡੋਕਲੀ ਦੇ ਸਹਾਰੇ ਲਈ ਦੂਜਾ ਹੱਥ ਬਦਲਿਆ। ਸਿਰ 'ਤੇ ਝਣਖਣੀ ਜੀ ਪੰਡੋਕਲੀ, ਪੈਰਾਂ ਤੋਂ ਨੰਗਾ ਲੰਬਾ ਕੇਸਰੀ ਚੋਗਾ, ਗਲ ਤੇ ਬਾਹਾਂ 'ਚ ਮਾਲਾ, ਹੱਥ ਵਿੱਚ ਕਾਸਾ। ਮਰਦਾਨੇ ਦਾ ਜੀ ਕੀਤਾ ਜੇ ਅਸੀਂ ਬਾਹਰਲੀ ਫਿਰਨੀ ਨੂੰ ਹੀ ਲੰਘ ਜਾਂਦੇ। ਸਿਰ ਦੀ ਪੰਡੋਕਲੀ ਮੈਂ ਫੜ ਲੈਂਦਾ, ਬਾਕੀ ਦਾ ਸਮਾਨ ਛੁਪਾਇਆ ਜਾ ਸਕਦਾ ਸੀ। ਇੱਕ ਮਰਾਸੀ ਨੂੰ ਇਹ ਚੱਜ ਵੀ ਨਹੀਂ ਆਇਆ। ਸਹੁਰੇ ਪਿੰਡੋਂ ਜਜਮਾਨ ਨੂੰ ਕਿਵੇਂ ਲੰਘਾਈਦਾ। ਅੱਗੇ ਖੂਹ ਨੇੜੇ ਆ ਗਿਆ ਸੀ। ਉਹਨੂੰ ਪਤਾ ਸੀ ਇਸ ਗਲੀ ਦੇ ਅਗਲੇ ਮੋੜ 'ਤੇ ਸੁਲੱਖਣੀ ਦਾ ਘਰ ਆਏਗਾ। ਜੀਜਾ ਇਸ ਤਰ੍ਹਾਂ ਹੀ ਲੰਘ ਜਾਏਗਾ। ਖੂਹ 'ਤੇ ਪਾਣੀ ਭਰਦੀਆਂ ਤੀਵੀਆਂ ਬੋਲੀਆਂ। ਕੋਸਾ ਪਾਣੀ ਏ, ਠੰਡ ਵੀ ਦਬਾਏਗਾ, ਪਿਆਸ ਵੀ ਬੁਝਾਏਗਾ। ਉੱਚੀ ਉੱਚੀ ਹੱਸਣ ਲੱਗੀਆਂ। ਇਹ ਕੁੜੀਓ ਫਕੀਰਾਂ ਨੂੰ ਨਹੀਂ ਮਖੌਲ ਕਰੀਦਾ। ਇੱਕ ਬਜ਼ੁਰਗ ਤੀਵੀਂ ਘੜੇ ਨੂੰ ਹੱਥ ਪਾਉਂਦੀ ਬੋਲੀ, ਬੇਬੇ ਇਹ ਘੁੰਮੀ ਦੇ ਘਰ ਵਾਲਾ ਹੈ। ਸੁਲੱਖਣੀ ਦੇ ਪੇਕਿਆਂ ਦਾ ਨਾਂ ਘੁੰਮੀ ਸੀ। ਚਲੋ ਕੁੜੀਓ, ਮੱਤ ਮਾਰੀਗੀ ਤੁਹਾਡੀ, ਉਹ ਤਾਂ ਚੰਗੇ ਘਰ ਵਿਆਹਿਆ ਹੈ। ਖੂਹ ਪਿੱਛੇ ਰਹਿ ਗਿਆ ਸੀ ਤੇ ਗਲੀ 'ਚ ਸੁਲੱਖਣੀ ਦਾ ਘਰ ਵੀ ਦਿਸਣੋਂ ਹਟ ਗਿਆ। ਪੱਖੋਂ ਕੀ ਹੌਲੀ ਹੌਲੀ ਪਿੱਛੇ ਛੁੱਟਦਾ ਗਿਆ। ਪੂਰੀ ਧੁੱਪ ਨਿਕਲ ਆਈ ਸੀ। ਮਰਦਾਨੇ ਦਾ ਜੀ ਕੀਤਾ ਕੋਈ ਤੀਜਾ ਸਰੋਤਾ ਆਵੇ, ਉਹਦੇ ਰਾਹੀਂ ਉਹ ਮਰਾਸੀਆਂ ਵਾਂਗ ਟਿਚਰਾਂ ਕਰੇ। ਵੇਖ ਬਈ ਰਾਈਆ, ਮੇਰੇ ਗੁਰੂ ਦੇ ਤਾਂ ਸਹੁਰੇ ਲੰਘ ਗਏ, ਪਾਣੀ ਨਹੀਂ ਧਾਣੀ ਨਹੀਂ। ਹੁਣ ਤੂੰ ਦੱਸ, ਕਿਤੇ ਅਗਲਾ ਪਿੰਡ ਸਹੁਰਿਆਂ ਦਾ ਤੇਰਾ ਤਾਂ ਨਹੀਂ? ਪੱਖੋਂ ਕੀ ਨੂੰ ਆਉਂਦੀ ਜੰਝ ਵਾਲਾ ਦਿਨ ਯਾਦ ਆਇਆ। ਰੱਥ ਗੱਡੇ ਘੋੜੇ ਤਾਂ ਬਹੁਤ ਸਨ, ਪਰ ਬਾਬੇ ਦੇ ਅਸਲੀ ਯਾਰਾਂ ਨੂੰ ਤਾਂ ਤੁਰ ਕੇ ਹੀ ਜਾਣਾ ਪਿਆ ਸੀ। ਉਹਨਾਂ 'ਚ ਘੁਮਾਰ, ਭੰਗੀ, ਪਿੰਜਾ ਤੇ ਉਹ ਖੁਦ ਆਪ ਤੇ ਕੁਝ ਨਾਲ ਦੇ ਪਿੰਡਾਂ ਦੇ ਕੰਮੀ ਕਮੀਣ ਵੀ ਸਨ। ਬਾਬਾ ਕਈ ਵਾਰੀ ਰੱਥ ਉੱਪਰੋਂ ਉਤਰ ਉਹਨਾਂ ਨਾਲ ਤੁਰਿਆ ਸੀ, ਪਰ ਚਾਚੇ ਦੀਆਂ ਝਿੜਕਾਂ ਨਾਲੋਂ ਫਿਰ ਰੱਥ 'ਚ ਜਾ ਬੈਠਦਾ। ਵਿਆਹ ਤੋਂ 10 ਦਿਨ ਪਹਿਲਾਂ ਬੀਬੀ ਨਾਨਕੀ ਦੇ ਸੁਰੀਲੇ ਗੀਤ ਸ਼ੁਰੂ ਹੋ ਗਏ ਸੀ। ਉਹਨਾਂ 'ਚੋਂ ਹੁਣ ਵੀ ਕੁਝ ਧੁਨਾਂ ਮੋਹ ਲੈਂਦੀਆਂ ਨੇ। ਜੰਝ ਚੜ੍ਹਦੀ ਵੇਲੇ ਉਹਨੇ ਗਾ ਗਾ ਕੇ ਗਲਾ ਬਿਠਾ ਲਿਆ ਸੀ। ਪੱਖੋਂ ਕੀ ਵਾਲਿਆਂ ਨੇ ਬੜੀ ਸੇਵਾ ਕੀਤੀ ਸੀ, ਪਰ ਉਸ ਦਿਨ ਭਣਵਈਆ ਜੈ ਰਾਮ ਨਹੀਂ ਸੀ ਆਇਆ। ਦੌਲਤ ਖਾਂ ਦੇ
ਕੋਈ ਜ਼ਰੂਰੀ ਕੰਮ ਆ ਪਿਆ ਸੀ। ਰਸਤੇ 'ਚ ਚੱਲਦੇ ਰੱਥ ਕੋਲ ਉਹਨਾਂ ਬਾਬੇ ਨੂੰ ਕਈ ਵਾਰ ਮਖੌਲ ਕੀਤਾ। ਭੰਗੀਆਂ ਡੂਮਾਂ ਨੇ ਲਾਜ ਰੱਖ ਲਈ, ਜੀਜਾ ਤਾਂ ਆਇਆ ਹੀ ਨਹੀਂ। ਉਹਦੇ ਆਪਣੇ ਵਿਆਹ ਵਿੱਚ ਵੀ ਬਾਬਾ ਬਰਾਤ ਗਿਆ ਸੀ। ਡੂਮਣੀਆਂ ਨੇ ਉਹਦਾ ਰੰਗ ਢੰਗ ਚਾਲ ਵੇਖ ਕਈ ਵਾਰੀ ਆਪਣੇ ਸ਼ੱਕ ਗਾ ਕੇ ਸੁਣਾਏ। ਨਿਕਾਹ ਵੇਲੇ ਉਹ ਬਿਲਕੁਲ ਉਹਦੇ ਸਾਹਮਣੇ ਬੈਠਾ ਸੀ। ਮਰਦਾਨੇ ਨੂੰ ਤਾਂ ਉਹ ਦਿਨ ਵੀ ਯਾਦ ਸੀ ਜਿਸ ਦਿਨ ਬਾਬਾ ਪਹਿਲੀ ਵਾਰ ਕੁਝ ਬੋਲਿਆ ਸੀ। ਉਹਦੇ ਕਹੇ ਲਫ਼ਜ਼ ਹੁਣ ਤੱਕ ਜ਼ਬਾਨੀ ਯਾਦ ਸਨ। ਪੱਖੋ ਕੀ ਤੋਂ ਅਗਲਾ ਪਿੰਡ ਨੇੜੇ ਆ ਰਿਹਾ ਸੀ। ਬਾਬੇ ਦੀ ਪੰਡ ਉੱਪਰ ਉੱਡਦਾ ਪਤੰਗਾ ਬਾਰ-ਬਾਰ ਤਾਜ਼ੀ ਸਿਆਹੀ ਦੇ ਚਟਾਕ ਉੱਪਰ ਬੈਠਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੋਈ ਤਾਜ਼ੀ ਸੁਗੰਧ ਆ ਰਹੀ ਸੀ। ਬਾਬਾ ਫਿਰਨੀ ਦੀ ਬਜਾਏ ਪਿੰਡ ਦੀ ਵਿਚਕਾਰਲੀ ਗਲੀ ਪੈ ਗਿਆ। ਦੋ ਜੁੜਵੇਂ ਖੂਹਾਂ ਦੀਆਂ ਮੌਣਾਂ ਉੱਪਰ ਆਮੋ ਸਾਹਮਣੇ ਬੈਠੇ ਦੋ ਜਣੇ ਗੱਲਾਂ ਕਰ ਰਹੇ ਸੀ। ਉਸ ਅੱਗੇ ਇੱਕ ਬਰੋਟੇ ਦੀਆਂ ਜੜ੍ਹਾਂ ਉੱਤੇ ਬਾਬੇ ਨੇ ਪੰਡੋਕੜੀ ਉਤਾਰੀ ਤੇ ਆਪ ਇੱਕ ਪਾਸੇ ਕੱਚੀ ਮਿੱਟੀ ਤੇ ਬੈਠ ਗਿਆ। ਉਹਨੇ ਆਪਣੀ ਬੁੱਕਲ ਵਾਲੀ ਚਾਦਰ ਲੱਤਾਂ ਤੇ ਰੱਖ ਲਈ। ਇੱਥੋਂ ਪੱਖੋਂ ਕੀ ਦਿਸਦਾ ਸੀ। ਮਰਦਾਨੇ ਲਈ ਕੁਝ ਦੁੜਕੂ ਵਾਲੀ ਗੱਲ ਸੀ, ਪਰ ਉਸ ਵੇਲੇ ਭੈਰੋ ਆਣੇ ਵਾਲਾ ਫਿਰੰਦਾ, ਮੈਲ ਸੀਹੇ ਦਾ ਭਾਗੀਰਥ ਤੇ ਅਜਿੱਤਾ ਰੰਧਾਵਾ ਬਰੋਟੇ ਵੱਲ ਆਉਂਦੇ ਦਿਸੇ। ਮਰਦਾਨੇ ਨੂੰ ਵੇਖਦੇ ਸਾਰ ਪੰਖ ਲੱਗ ਗਏ ਸਨ। ਕੁਛ ਦੇਰ ਉਹ ਬਾਬੇ ਕੋਲ ਬੈਠੇ। ਹੌਲੀ-ਹੌਲੀ ਲੋਕ ਵੀ ਬਰੋਟੇ ਥੱਲੇ ਬੈਠੇ ਫਕੀਰ ਨੂੰ ਵੇਖਣ ਲਈ ਆਉਣੇ ਸ਼ੁਰੂ ਹੋ ਗਏ। ਬਹੁਤ ਦਿਨਾਂ ਬਾਅਦ ਇਸ ਤਰ੍ਹਾਂ ਆਪਣੇ ਪਸੰਦ ਦੀਆਂ ਗੱਲਾਂ ਕਰਨ ਦਾ ਮੌਕਾ ਮਿਲ ਰਿਹਾ ਸੀ। ਫਿਰੰਦਾ ਆਪਣਾ ਨਾਂ ਇੰਦਰ ਸੈਨ ਨਹੀਂ ਸੀ ਲੈਣ ਦੇ ਰਿਹਾ। ਜੇ ਸਾਜ਼ਾਂ ਦੀ ਗੱਲ ਕਰਨੀ ਹੈ ਤੇ ਮੈਂ ਫਿਰਿੰਦਾ, ਜੇ ਭਰਵਾਣੇ ਦੀ ਗੱਲ ਕਰਨੀ ਹੈ ਤੇ ਮੈਂ ਇੰਦਰ ਸੈਨ। ਉਹ ਦੱਸ ਰਿਹਾ ਸੀ ਕਿ ਸਾਲ 'ਚ ਇੱਕ ਵਾਰੀ ਉਹ ਘੁੰਮ-ਘੁੰਮ ਕੇ ਆਪਣੇ ਬਣਾਏ ਸਾਜ਼ਾਂ ਨੂੰ ਵੇਖਦਾ ਹੈ। ਬਾਕੀ ਤਖਾਣ ਸੇਪੀ ਲੈਣ ਘੁੰਮਦੇ ਨੇ। ਮੈਂ ਪਿੰਡ-ਪਿੰਡ ਸਾਜ਼ਾਂ ਦੇ ਹਾਲ-ਚਾਲ ਪੁੱਛਦਾ। ਉਹਨਾਂ ਪਿੰਡਾਂ ਦੇ ਆਲੇ-ਦੁਆਲੇ ਘੁੰਮ-ਘੁੰਮ ਕੇ ਗੱਲਾਂ ਕੀਤੀਆਂ। ਜਦੋਂ ਵਾਪਸ ਆਏ ਤਾਂ ਬਾਬੇ ਕੋਲ ਕਾਫੀ ਸੰਗਤ ਇਕੱਠੀ ਹੋ ਗਈ ਸੀ। ਮਰਦਾਨੇ ਨੇ ਹੌਲੀ ਜਿਹੇ ਬਾਬੇ ਦੀ ਗੋਦੀ 'ਚੋਂ ਰਬਾਬ ਚੁੱਕੀ। ਇੱਕ ਵਾਰ ਫਿਰੰਦੇ ਵੱਲ ਵੇਖ ਕੇ ਮੁਸਕਰਾਇਆ। ਫਿਰ ਰਬਾਬ ਨੂੰ ਸੁਰ ਵਿੱਚ ਕਰਨ ਲੱਗਾ। ਕੁਝ ਦਿਨ ਪਹਿਲਾਂ ਜਿਸ ਥੜੇ ਉੱਤੇ ਰਾਸਲੀਲਾ ਚੱਲਦੀ ਰਹੀ, ਅੱਜ ਉਸ 'ਤੇ ਕੀਰਤਨ ਚੱਲ ਰਿਹਾ ਸੀ। ਭਾਗੀਰਥ ਤੇ ਮਨਸੁਖ ਨੇ 2 ਦਿਨ ਪਹਿਲਾਂ ਪੂਰੇ ਇਲਾਕੇ 'ਚ ਘੋਹਾ ਦੇ ਦਿੱਤਾ ਸੀ। ਵੱਡੇ ਇਕੱਠ 'ਚ ਤੀਵੀਆਂ ਦੇ ਬੈਠਣ ਲਈ ਅਲੱਗ ਜਗ੍ਹਾ ਸੀ। ਅੱਜ ਪਹਿਲੀ ਵਾਰ ਭਾਗੀਰਥ ਨੇ ਲੰਗਰ ਦਾ ਪ੍ਰਬੰਧ ਕੀਤਾ ਸੀ। ਗਰੀਬ ਲੋਕ ਪੇਟ ਭਰ ਖਾ ਕੇ ਧੰਨਵਾਦ ਕਰਦੇ ਕਮੀਣਾਂ ਲਈ ਵੱਖਰੀ ਜਗ੍ਹਾ ਭਾਲਦੇ, ਪਰ ਅੱਜ ਸਭ ਲਈ ਇੱਕੋ ਜਗ੍ਹਾ ਸੀ। ਕੀਰਤਨ ਤੋਂ ਪਹਿਲਾਂ ਬਾਬੇ ਨੇ ਫਿਰੰਦੇ ਨੂੰ ਆਪਣੇ ਕੋਲ ਬੁਲਾਇਆ। ਰਬਾਬ ਵੱਲ ਇਸ਼ਾਰਾ ਕਰਕੇ ਦੱਸਿਆ, ਇਹ ਫਿਰੰਦੇ ਨੇ ਬਣਾਈ ਏ। ਬਲਦੀਆਂ ਮਸ਼ਾਲਾਂ ਦੇ ਚਾਨਣ 'ਚ ਲੋਕਾਂ ਨੇ ਫਿਰੰਦੇ ਨੂੰ ਜ਼ਾਰੋ-ਜ਼ਾਰ ਰੋਂਦੇ ਸੁਣਿਆ। ਉਹ ਬੋਲਿਆ ਕੁਛ ਨਹੀਂ। ਠੰਡੀ ਰੀਵੀ ਚੱਲ ਰਹੀ ਸੀ। ਚਾਨਣੀ ਵੀ ਠੰਡੀ ਠਾਰ ਸੀ। ਫਿਰੰਦਾ ਅਲੱਗ-ਅਲੱਗ ਰਾਗਾਂ ਦੀ ਵਾਰੀ ਆਉਂਦੀ ਸੁਣਦਾ ਰਿਹਾ। ਤੰਦਾਂ ਨੂੰ ਇੰਨਾ ਸੁਘੜ ਤਾਂ ਉਹਨੇ ਨਹੀਂ ਸੀ ਬਣਾਇਆ। ਫਿਰ ਮਲ੍ਹਾਰ ਦੀ ਸੱਦ ਉੱਠੀ। ਰਬਾਬ ਦੀਆਂ ਤੰਦਾਂ ਨਾਲ ਬਾਬੇ ਦੇ ਗਲੇ ਦਾ ਮਿਲਾਪ ਕਿਸੇ ਵੈਰਾਗ ਵੱਲ ਵੱਧਦਾ ਸੁਣਦਾ ਰਿਹਾ। ਕਈ ਵਾਰੀ ਫਿਰੰਦਾ ਬੈਠਾ-ਬੈਠਾ ਸੁੰਨ ਹੋ ਜਾਂਦਾ, ਜਦੋਂ ਸੁਰਾਂ ਆਪਣੇ ਅੰਤਿਮ ਸੂਖਮ ਬੇਆਵਾਜ਼ ਵੱਲ ਵੱਧਦੀਆਂ ਸੁਣਦੀਆਂ। ਇਸ ਤੋਂ ਅੱਗੇ ਆਵਾਜ਼ਾਂ, ਧੜਕਣਾਂ ਦੇ ਦਖਲ ਖਤਮ ਹੁੰਦੇ ਦਿਸਦੇ। ਫਿਰੰਦੇ ਨੇ ਚੁਫੇਰੇ ਵੇਖਿਆ ਅਜਿਹੇ ਵੀ ਲੋਕ ਸਨ ਜਿਨ੍ਹਾਂ ਅੱਜ ਪਹਿਲੀ ਵਾਰ ਇਹ ਸਾਜ਼ ਸੁਣਿਆ ਸੀ। ਉਹਨਾਂ ਨੂੰ ਵੀ ਕੁਝ ਸਮਝ ਆ ਰਿਹਾ ਸੀ। ਉਹ ਵੀ ਕਿਸੇ ਤਲ ਉੱਤੇ ਧੁਨੀ ਦਾ ਆਨੰਦ ਮਾਣ ਰਹੇ ਸਨ। ਫਿਰ ਫਿਰੰਦੇ ਨੇ ਸਿਰਫ ਆਪਣੇ ਲਈ ਅੱਖਾਂ ਮੀਟੀਆਂ। ਇਸ ਵਾਰੀ ਰਬਾਬ ਦੀ ਆਵਾਜ਼ ਉਹਦੇ ਹਾਣ ਦੀ ਸੁਣਨ ਲੱਗੀ। ਇੰਨੇ ਵੱਡੇ ਇਕੱਠ 'ਚ ਜਿਸ ਤਰ੍ਹਾਂ ਲੋਕੀ ਚੁੱਪ-ਚਾਪ ਸੁਣ ਰਹੇ ਸਨ, ਅਜਿਹਾ ਕਦੇ ਹੀ ਹੁੰਦਾ ਸੀ। ਅੱਜ ਮਰਦਾਨੇ ਦੇ ਨਬੀ ਨਾਲ ਉਹਦੇ ਸਾਹਮਣੇ 3 ਗੁਰਭਾਈ ਵੀ ਬੈਠੇ ਸਨ। ਅੱਜ ਰਬਾਬ ਦਾ ਸਿਰਜਕ ਵੀ ਸਰੋਤਾ ਸੀ। ਅਜਿਹੀ ਜਸ਼ਨ 'ਚ ਮਗਨ ਮਰਦਾਨੇ ਨੂੰ ਪੰਡਤ ਸ਼ਾਮੇ ਦੀ ਝਲਕ ਪਈ। ਉਹਨੂੰ ਸੋਚਣ ਦਾ ਸਮਾਂ ਵੀ ਨਹੀਂ ਮਿਲਿਆ ਜਦੋਂ ਬਾਬੇ ਦਾ ਸਹੁਰਾ ਮੂਲਾ ਤੇ ਸੱਸ ਚੰਦੋ ਵੀ ਉਹਦੇ ਪਿੱਛੇ ਖੜੇ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਹਨਾਂ ਦੇ ਅੱਗੇ ਆਉਣ ਨਾਲ ਸੁਲੱਖਣੀ ਦੀ ਗੋਦੀ ਲక్ష్ਮੀ ਦਾਸ ਤੇ ਉਂਗਲੀ ਫੜੀ ਸ੍ਰੀ ਚੰਦ ਵੀ ਦਿਸ ਪਿਆ। ਮਾਲ ਕੌਂਸ ਦੀ ਧੁਨ ਚੱਲ ਰਹੀ ਸੀ। ਸ਼ਾਇਦ ਇਸੇ ਲਈ ਕੁਝ ਦੇਰ ਬੋਲਣਾ ਕਿਸੇ ਨੇ ਉਚਿਤ ਨਹੀਂ ਸਮਝਿਆ। ਫਿਰ ਮੂਲ ਚੰਦ ਤੇ ਚੰਦੋ ਅਗਲੀ ਕਤਾਰ 'ਚ ਬੈਠੇ ਲੋਕਾਂ ਤੋਂ ਅੱਗੇ ਲੰਘ ਕੇ ਥੜੇ ਤੱਕ ਜਾ ਪਹੁੰਚੇ। ਸਭ ਕਬੀਲਦਾਰ ਬੈਠੇ ਨੇ। ਇਹ ਕਿਉਂ ਨਹੀਂ ਤੇਰੇ ਵਾਂਗ ਪਿੰਡ-ਪਿੰਡ ਘੁੰਮਦੇ? ਕਿਉਂਕਿ ਸਭ ਨੇ ਆਪਣੇ ਨਿਆਣੇ ਸਾਂਭਣੇ ਨੇ। ਅਚਾਨਕ ਸਾਰੇ ਚੰਦੋ ਵੱਲ ਵੇਖਣ ਲੱਗੇ। ਤੇਰੀ ਮਾਂ ਤਾਂ ਕਹਿੰਦੀ ਸੀ ਉਹਦੇ ਮੂੰਹ 'ਚ ਜ਼ਬਾਨ ਹੀ ਨਹੀਂ।
ਇੱਥੇ ਵੇਖ ਲੋਕਾਂ ਨੂੰ ਕਿਵੇਂ ਲੇਰਾਂ ਮਾਰ ਕੇ ਵਿਖਾਉਂਦਾ ਹੈ। ਆਪ ਤਾਂ ਕੁੜਮਣੀ ਘਰ ਬੈਠੀ ਹੈ, ਪੁੱਤ ਫਕੀਰ ਹੋ ਗਿਆ। ਪੰਡਤ ਸ਼ਾਮੇ ਨੇ ਥੋੜ੍ਹਾ ਅੱਗੇ ਆਉਣ ਦੀ ਕੋਸ਼ਿਸ਼ ਕੀਤੀ, ਪਰ ਚੰਦੋ ਚੁੱਪ ਨਹੀਂ ਸੀ ਹੋ ਰਹੀ। ਤੈਨੂੰ ਨੰਗੇ ਪੈਰੀਂ ਲੰਘਦਿਆਂ ਕੋਈ ਲਾਜ ਨਹੀਂ ਆਈ? ਪੱਖੋਂ ਕੀ ਦਾ ਤੂੰ ਜਵਾਈ ਸੀ, ਲੰਘਿਆ ਭਿਖਾਰੀਆਂ ਵਾਂਗ, ਸਾਡੀ ਕੋਈ ਇੱਜ਼ਤ ਹੀ ਨਹੀਂ। ਲੋਕੀ ਬਾਬੇ ਵੱਲ ਵੇਖ ਰਹੇ ਸਨ। ਉਹ ਜ਼ਰੂਰ ਕੁਝ ਬੋਲੇਗਾ, ਪਰ ਉਹ ਚੁੱਪਚਾਪ ਸੁਣਦਾ ਰਿਹਾ। ਮਰਦਾਨੇ ਦਾ ਕਈ ਵਾਰੀ ਉੱਠ ਕੇ ਖੜਾ ਹੋਣ ਨੂੰ ਜੀ ਕੀਤਾ। ਇਸ ਤਰ੍ਹਾਂ ਬੈਠ ਕੇ ਸੁਣਨਾ ਬੜਾ ਮੁਸ਼ਕਲ ਸੀ। ਹਾਲੇ ਵੀ ਚੰਦੋ ਚੁੱਪ ਨਹੀਂ ਸੀ ਕਰ ਰਹੀ। ਨਾ ਸੁਣੀਓ ਓਏ ਇਹਦੀ ਕੋਈ ਗੱਲ, ਇਹਨੇ ਤੁਹਾਡੇ ਧੀਆਂ ਪੁੱਤਰਾਂ ਦੇ ਘਰ-ਬਾਰ ਛੁਡਾ ਦੇਣੇ ਨੇ। ਮੇਰੀ ਧੀ ਦਾ ਹਾਲੇ ਚੂੜੇ ਦਾ ਚਾਅ ਵੀ ਨਹੀਂ ਸੀ ਉਤਰਿਆ, ਘਰ-ਬਾਰ ਛੱਡ ਕੇ ਤੁਰ ਪਿਆ ਨੰਗੇ ਪੈਰੀਂ। ਮਾਤਾ ਜੁੱਤੀ ਪਿਛਲੇ ਪਿੰਡ ਕਿਸੇ ਹੋਰ ਦੇ ਪੈਰੀਂ ਪਾ ਆਏ ਨੇ ਸਾਈਂ। ਤੂੰ ਚੁੱਪ ਕਰ ਓਏ ਚੁੰਬੜਾ। ਤੇਰਾ ਬਾਪ ਸਿਆਣਾ ਬਿਆਣਾ ਗਲੀ ਗਲੀ ਡਫਲੀ ਵਜਾਉਂਦਾ ਤੇਰੇ ਨਿਆਣੇ ਪਾਲਦਾ ਫਿਰ ਰਿਹਾ, ਤੂੰ ਆਪ ਨੂੰ ਗਵਈਆ ਖਵਾਉਣਾ। ਚੰਦੋ ਨੇ ਲੋਕਾਂ ਵੱਲ ਦੇਖਿਆ। ਹਾਲੇ ਕਿਸੇ ਨੇ ਵੀ ਉਹਦੀ ਗੱਲ ਦਾ ਹੁੰਗਾਰਾ ਨਹੀਂ ਸੀ ਦਿੱਤਾ। ਫਿਰ ਉਹ ਮੂਲੇ ਵੱਲ ਉੱਲਰੀ। ਤੂੰ ਖਰੀ ਖਰੀ ਕਿਉਂ ਨਹੀਂ ਸੁਣਾਉਂਦਾ? ਤੈਨੂੰ ਹਾਲੇ ਵੀ ਲਾਜ ਨਹੀਂ ਆਈ? ਹਾਂ, ਸਾਥੋਂ ਨਹੀਂ ਤੇਰੇ ਬੱਚਿਆਂ ਦੇ ਘਰਵਾਲੀ ਦਾ ਭਾਰ ਲਿਆ ਜਾਂਦਾ। ਆ ਸਾਂਭ ਆਪਣਾ ਟੱਬਰ, ਅਸੀਂ ਚੱਲੇ। ਮੂਲੇ ਨੇ ਬਾਹੋਂ ਫੜ ਸੁਲੱਖਣੀ ਨੂੰ ਬੱਚਿਆਂ ਸਮੇਤ ਅੱਗੇ ਥੜੇ ਵੱਲ ਖਿੱਚਿਆ। ਗੋਦੀ ਚੁੱਕਿਆ ਲਖਮੀ ਦਾਸ ਉੱਚੀ ਉੱਚੀ ਰੋਣ ਲੱਗਾ। ਉਂਗਲੀ ਫੜੀ ਖੜਾ ਸ੍ਰੀ ਚੰਦ ਵੀ ਲਗਭਗ ਰੋਣ ਲਈ ਤਿਆਰ ਸੀ। ਪਿਆਰ ਕਰਨ ਵਾਲੇ ਨਾਨਾ ਨਾਨੀ ਨੂੰ ਪਤਾ ਨਹੀਂ ਕਿੱਧਰੋਂ ਕ੍ਰੋਧ ਚੜ੍ਹ ਆਇਆ ਸੀ। ਮਰਦਾਨੇ ਨੇ ਰਬਾਬ ਥੱਲੇ ਰੱਖ ਸੁਲੱਖਣੀ ਦੀ ਗੋਦੀ 'ਚੋਂ ਲਖਮੀ ਦਾਸ ਫੜ ਉਹਦੇ ਹੱਥ 'ਚ ਮਿਜ਼ਰਾਬ ਫੜਾ ਦਿੱਤਾ। ਆ ਫਿਰ ਝੁੱਕ ਕੇ ਤਾਰਾਂ ਦੀ 2-3 ਵਾਰ ਟੁਣਕਾਰ ਕੀਤੀ। ਰੋਂਦਾ ਲਖਮੀ ਦਾਸ ਹੱਸਣ ਲੱਗਾ। ਫਿਰ ਵੀ ਸਭ ਦੇ ਉਤਰੇ ਚਿਹਰੇ ਵੇਖ ਬੱਚਿਆਂ ਦੀ ਹਾਲੇ ਤਸੱਲੀ ਨਹੀਂ ਸੀ ਹੋਈ। ਇਸ ਵਾਰੀ ਬਾਬਾ ਪਹਿਲੀ ਵਾਰ ਸੁਲੱਖਣੀ ਨੂੰ ਸੰਬੋਧਨ ਹੋਇਆ। ਪਰਮੇਸ਼ਰ ਕੀਏ, ਤੂੰ ਪਹਿਲਾਂ ਲੰਗਰ ਛਕ ਲੈ। ਭਗੀਰਥ ਨੇ ਸ੍ਰੀ ਚੰਦ ਦੀ ਉਂਗਲ ਫੜੀ ਤੇ ਮਰਦਾਨੇ ਤੇ ਗੋਦੀ ਚੁੱਕਿਆ ਲਖਮੀ ਦਾਸ ਤੇ ਉਹਨਾਂ ਪਿੱਛੇ ਉਦਾਸ ਸੁਲੱਖਣੀ ਚੁੱਪਚਾਪ ਧਰਮਸ਼ਾਲਾ 'ਚ ਪੱਕਦੇ ਲੰਗਰ ਵੱਲ ਚੱਲ ਪਏ। ਪੱਖੋ ਕੀ ਵੱਲ ਤੁਰੇ ਜਾਂਦੇ ਮੂਲ ਚੰਦ ਦੇ ਅੱਗੇ ਚੰਦੋ ਨੇ ਲੋਕਾਂ ਵੱਲ ਗਰਦਨ ਘੁਮਾ ਕਿਹਾ, ਇਹਨੂੰ ਛੋਟਾ ਨਾ ਜਾਣਿਓ, ਇਹਦੇ ਬਾਪ ਘਰ ਸਭ ਕੁਝ ਹੈ। ਸੱਸ ਨੂੰ ਸ਼ਾਇਦ ਜਵਾਈ ਦੀ ਇੱਜ਼ਤ ਯਾਦ ਆ ਗਈ, ਪਰ ਜੋ ਕੁਝ ਵੀ ਉਹਨਾਂ ਪਹਿਲਾਂ ਕਿਹਾ ਸੀ ਉਹਨਾਂ ਨੂੰ ਲੋਕਾਂ 'ਚ ਖੜਨ ਨਹੀਂ ਸੀ ਦੇ ਰਿਹਾ। ਛੇਤੀ ਉਹ ਪੱਖੋ ਕੀ ਦੀ ਪਗਡੰਡੀ ਪੈ ਗਏ। ਜਦੋਂ ਤੱਕ ਮਰਦਾਨਾ ਵਾਪਸ ਨਹੀਂ ਆਇਆ ਬਾਬਾ ਇਕੱਲਾ ਹੀ ਕੀਰਤਨ ਕਰਦਾ ਰਿਹਾ। ਲਖਮੀ ਦਾਸ ਨੂੰ ਖਿਡਾਉਂਦਾ ਮਰਦਾਨਾ ਰਬਾਬ ਨਾਲ ਹੀ ਲੈ ਗਿਆ ਸੀ। ਪੱਖੋ ਕੀ ਹਾਲੇ ਵੀ ਓਨਾ ਹੀ ਦੂਰ ਸੀ। ਅਕਸਰ ਕੀਰਤਨ ਵਾਲੇ ਪਿੰਡ ਦੀ ਯਾਦ ਉਦੋਂ ਹੀ ਆਉਂਦੀ ਜਦੋਂ 2-2.5 ਪਹਿਰ ਤੁਰਨ ਤੋਂ ਬਾਅਦ ਉਹਨਾਂ ਮੁਹਾਂਦਰਿਆਂ ਦੀ ਝਲਕ ਬਿਲਕੁਲ ਨਹੀਂ ਦਿਸਦੀ, ਸਗੋਂ ਨਵੇਂ ਮੜੰਗੇ ਦਿਸਣ ਲੱਗਦੇ ਨੇ। ਪਰ ਅੱਜ ਉਸ ਝਲਕ ਦਾ ਅਨੁਭਵ ਵੀ ਬਿਲਕੁਲ ਵੱਖਰਾ ਸੀ। ਮਰਦਾਨੇ ਨੂੰ ਉਮੀਦ ਸੀ ਬਾਬਾ ਸਵੇਰੇ ਜਲਦੀ ਪਿੰਡ ਛੱਡ ਦੇਵੇਗਾ। ਅਜਿੱਤਾ ਚੜ੍ਹਦੇ ਸੂਰਜ ਨਾਲ ਸੁਲੱਖਣੀ ਤੇ ਨਿਆਣਿਆਂ ਨੂੰ ਲੈ ਤਲਵੰਡੀ ਵੱਲ ਚਲਾ ਗਿਆ ਸੀ। ਲੋਕਾਂ ਦੇ ਸਾਹਮਣੇ ਬਾਬੇ ਨੇ ਕਿਹਾ ਸੀ, ਪਰਮੇਸ਼ਰ ਕੀਏ, ਅਸੀਂ ਜਲਦੀ ਫੇਰਾ ਪਾਵਾਂਗੇ। ਉਹ ਚੁੱਪ ਰਹੀ। ਉਹਨੇ ਗੋਦੀ ਚੁੱਕ ਕੇ ਲਖਮੀ ਦਾਸ ਨੂੰ ਘੁੱਟ ਕੇ ਵੱਖੀ ਨਾਲ ਲਾ ਲਿਆ। ਕਿਸੇ ਫਕੀਰ ਦੀ ਇਹੋ ਜਿਹੀ ਮਿਲਣੀ ਪਿੰਡ ਵਾਲੇ ਪਹਿਲੀ ਵਾਰ ਵੇਖ ਰਹੇ ਸਨ। ਫਿਰ ਉਹਨੇ ਚੁੱਪ ਤੋੜੀ। ਮੇਰੇ ਮਾਪਿਆਂ ਨੇ ਜੋ ਕਿਹਾ ਮੇਰੇ ਭਲੇ ਲਈ ਕਿਹਾ। ਮੈਂ ਨਿਮਾਣੀ ਹੁਣ ਚੇਲਿਆਂ ਨਾਲ ਸਾਈਂ ਦੇ ਪਿੰਡ ਵੱਲ ਮੁੜਾਂ। ਤੇਰਾ ਕਹਿਣਾ ਸਿਰ ਮੱਥੇ। ਫਿਰ ਪਿੰਡ ਦਾ ਇੱਕ ਬਜ਼ੁਰਗ ਨਿਕਲ ਕੇ ਅੱਗੇ ਆਇਆ। ਉਹਨੇ ਸੁਲੱਖਣੀ ਦੇ ਸਿਰ 'ਤੇ ਹੱਥ ਫੇਰਿਆ। ਤੁਸੀਂ ਮਾਲਕ ਤੀਵੀਂ ਨੇ ਇਹ ਗੱਲ ਰਾਤ ਨੂੰ ਨਿਬੇੜ ਲੈਣੀ ਸੀ। ਚੜ੍ਹਦੀ ਜਵਾਨੀ 'ਚ ਫਕੀਰੀ ਦਾ ਦੁੱਖ ਇੱਕ ਰਾਤ 'ਚ ਮੁੱਕ ਜੂ ਬਾਬਾ। ਸੁਲੱਖਣੀ ਦਾ ਚਿਹਰਾ ਲਾਲ ਹੋ ਗਿਆ ਸੀ। ਇੱਕ ਵਾਰ ਤਾਂ ਮਰਦਾਨੇ ਨੂੰ ਜਾਪਿਆ ਕਿ ਚੰਦੋ ਵਾਲਾ ਤਾਅ ਸੁਲੱਖਣੀ ਨੂੰ ਵੀ ਚੜ੍ਹਦਾ ਜਾ ਰਿਹਾ ਸੀ। ਸੁਲੱਖਣੀ ਦੇ ਜਾਣ ਤੋਂ ਬਾਅਦ ਬਾਬੇ ਨੇ ਭਗਵੇਂ ਦਾ ਸਭ ਤੋਂ ਗੂੜਾ ਰੰਗ ਪਾਇਆ। ਉਹਨੇ ਗਜ਼ਾ ਕਰਨ ਵਾਂਗ ਪੂਰੇ ਪਿੰਡ ਦੀ ਫੇਰੀ ਪਾਈ। ਰਾਤ ਦੇ ਕੀਰਤਨ ਤੋਂ ਬਾਅਦ ਬਾਬਾ ਅਜਿਹਾ ਕਦੇ ਨਹੀਂ ਸੀ ਕਰਦਾ। ਉਹਨਾਂ ਗਲੀ ਗਲੀ ਘੁੰਮ ਕੇ ਹਰ ਇੱਕ ਦਰਵਾਜ਼ੇ ਅੱਗੇ ਖੜ ਕੇ ਗਾਇਆ, 100 ਉਲਾਮੇ ਦਿਨੈ ਕੇ ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਕਈ ਜਨਾਨੀਆਂ ਅੰਦਰੋਂ ਬੋਲ ਸੁਣ ਆਟਾ ਰੋਟੀ ਕੁਝ ਰਸਦ ਲੈ ਕੇ ਬਾਹਰ ਨਿਕਲੀਆਂ, ਪਰ ਦੋਵੇਂ ਗਵੰਤਰੀਆਂ ਕੋਲ ਨਾ ਕੋਈ ਝੋਲੀ ਦਿਸਦੀ ਸੀ, ਨਾ ਹੀ ਕਾਸਾ ਅੱਗੇ ਵਧਿਆ ਦਿਸਦਾ। ਸਗੋਂ ਦੇਹਲੀ ਤੋਂ ਗਜਾ ਵਾਲੀ ਦੂਰੀ ਰੱਖਦੇ। ਬਾਬਾ ਫਿਰ ਪਿੱਪਲ ਥੱਲੇ ਆ ਬੈਠਾ ਸੀ। ਸਵੇਰ ਦਾ ਖਾਣਾ ਉਹਨਾਂ ਉੱਥੇ ਹੀ ਖਾਧਾ। ਜਦੋਂ ਤੁਰੇ ਤਾਂ ਇੱਕ ਪਹਿਰ ਦਿਨ ਬੀਤ ਚੁੱਕਾ ਸੀ। ਰਾਤੀ ਜਿਹੜੀ ਚਮਾਸੇ ਵਾਲੀ ਠੰਡੀ ਰੀਵੀ ਘੁੰਮ ਕੇ ਚਿਹਰੇ 'ਤੇ ਵੱਜਦੀ ਸੀ, ਥੋੜ੍ਹੀ ਕੋਸੀ ਹੋ ਚੁੱਕੀ ਸੀ, ਪਰ ਚੱਲ ਹਾਲੇ ਵੀ ਚੁਪਾਸਾ ਹੀ ਰਿਹਾ ਸੀ।
ਕਾਫੀ ਦੇਰ ਤੋਂ ਆਪਣੇ ਕਦਮਾਂ ਦੀ ਆਵਾਜ਼ ਤੋਂ ਬਿਨਾਂ ਕੁਝ ਨਹੀਂ ਸੀ ਸੁਣ ਰਿਹਾ। ਮਰਦਾਨੇ ਦਾ ਮਨ ਬਾਰ-ਬਾਰ ਪੱਖੋਕੀ ਵੱਲ ਮੁੜ ਜਾਂਦਾ। ਜਿਵੇਂ ਰਸਤੇ ਨੇ ਰੱਥ ਗੋਡਿਆਂ ਦੀ ਲੀਹ ਛੱਡਣੀ ਸ਼ੁਰੂ ਕੀਤੀ, ਉਸ ਤੋਂ ਪਤਾ ਲੱਗਦਾ ਸੀ ਇਹ ਰਾਹ ਅੱਗੇ ਕਿਤੇ ਸੁੰਨਸਾਨ ਪੜਾਵਾਂ ਵੱਲ ਵੱਧ ਰਿਹਾ ਸੀ। ਇੱਕ ਟੋਏ 'ਚ ਪੈਰ ਪੈਣ 'ਤੇ ਬਾਬੇ ਦੇ ਖੀਸੇ 'ਚ ਕੁਝ ਖੜਕਿਆ। ਬਾਬਾ, ਮੈਂ ਤਾਂ ਸਮਝਿਆ ਘੁੰਗਰੂ ਕਿਤੇ ਡਿੱਗ ਪਿਆ। ਨਿਆਣਿਆਂ ਦੁਆਰਾ ਬੰਨਿਆ ਹੋਇਆ ਸੀ। ਬਾਬਾ ਚੁੱਪ ਰਿਹਾ। ਬਾਬਾ, ਤੂੰ ਤੇ ਕਹਿੰਦਾ ਸੀ ਵੀ ਕੁਝ ਨਾਲ ਲੈ ਕੇ ਨਹੀਂ ਚੱਲਣਾ। ਕੁਝ ਆਕਾਰ ਸਾਜ਼ ਦਾ ਰੁਤਬਾ ਲੈ ਲੈਂਦੇ ਨੇ, ਉਹਨਾਂ ਨੂੰ ਲੈ ਕੇ ਚੱਲਣਾ ਫਿਰ ਪਹਿਲਾਂ ਵਾਂਗ ਨਹੀਂ ਰਹਿੰਦਾ। ਮਰਦਾਨੇ ਨੇ ਅੱਗੋਂ ਕੁਝ ਪੁੱਛਣ ਤੋਂ ਪਹਿਲਾਂ ਹੀ ਰਬਾਬ ਅੱਗੇ ਕੀਤੀ। ਛਾਤੀ ਉੱਤੇ ਇੱਕ ਅਜਿਹੀ ਥਾਂ ਬਣ ਗਈ ਸੀ ਜਿੱਥੋਂ ਬੱਚੇ ਵਾਂਗ ਗਲਵੱਕੜੀ ਪਾ ਲੈਂਦੀ ਸੀ। ਇੱਥੋਂ ਚੱਲਦੇ ਕਦਮਾਂ ਦੀ ਧਮਕ ਤੱਕ ਨੇੜੇ ਨਹੀਂ ਸੀ ਫਰਕਣ ਦਿੰਦੀ। ਰਸਤੇ 'ਚ ਟਾਵੇਂ ਰਾਹੀਂ ਬੀਆਬਾਨਾਂ ਵਿੱਚ ਚੱਲੇ ਹੋ ਕਈਆਂ ਨੇ ਇਹਦੇ ਨਾਲ ਦੇ ਮਿਲਦੇ ਜੁਲਦੇ ਸਵਾਲ ਕੀਤੇ। ਜਦੋਂ ਗਾਉਣ ਖਤਮ ਹੋਇਆ, ਉਹ ਅਜਿਹੀ ਜਗ੍ਹਾ ਪਹੁੰਚ ਚੁੱਕੇ ਸਨ ਜਿੱਥੇ ਰਾਤ ਜ਼ੋਰਦਾਰ ਗੜੇ ਪਏ ਸਨ। ਦਰਖਤਾਂ ਦੇ ਸਿਰੌਲਿਆਂ ਨੇ ਭੰਨੇ ਪਏ ਸਨ। ਇੱਕ ਦਿਨ ਪਹਿਲਾਂ ਗੜਿਆਂ ਨਾਲ ਮਰੇ ਪੰਛੀ ਉਸੇ ਪਾਣੀ 'ਚ ਤੈਰ ਰਹੇ ਸਨ। ਦਿਨ ਦਾ ਅਗਲਾ ਪੜਾਅ ਉਹਨਾਂ ਉੱਥੇ ਹੀ ਕੀਤਾ। ਅੱਗੇ ਛੋਟੇ-ਛੋਟੇ ਘਰਾਂ ਦੇ ਗੁੱਛੇ ਦਿਸਣੇ ਸ਼ੁਰੂ ਹੋ ਗਏ। ਗੁਲਾਈਆਂ 'ਚ ਘੁੰਮਦੀਆਂ ਪਹਾੜੀਆਂ 'ਚ ਇੱਕ ਛੋਟਾ ਜਿਹਾ ਮੈਦਾਨ ਦਿਸਦਾ, ਜਿਸ ਵਿਚਕਾਰ ਘਰਾਂ ਦਾ ਇੱਕ ਗੁੱਛਾ ਦਿਸਦਾ। ਦੂਰੋਂ ਚੁਗਾਠਾਂ ਵਾਂਗ ਜੜੇ ਹੋਏ ਛੋਟੇ-ਛੋਟੇ ਖੇਤ ਦਿਸਦੇ, ਜੋ ਨੇੜੇ ਆ ਕੇ ਉੱਚੇ ਨੀਵੇਂ ਦਿਸਣ ਲੱਗ ਪੈਂਦੇ। ਅਸਮਾਨ ਉੱਤੇ ਚਿੱਟੀਆਂ ਬੱਦਲੀਆਂ ਪਹਾੜਾਂ ਨਾਲ ਲੱਗ ਸੁਰਮਈ ਹੋ ਜਾਂਦੀਆਂ ਤੇ ਕੁਝ ਦੇਰ ਲਈ ਪਹਾੜਾਂ ਉੱਪਰੋਂ ਧੁੱਪ ਗਾਇਬ ਹੋ ਜਾਂਦੀ। ਖੂਹ ਬਹੁਤ ਸਨ, ਪਰ ਮਣਾਂ ਬਹੁਤ ਨੀਵੀਆਂ ਸਨ। ਬਹੁਤੀਆਂ ਖੂਹਾਂ ਦੀਆਂ ਪੌੜੀਆਂ ਟੁੱਟੀਆਂ ਸਨ। ਦਿਨ ਦਾ ਚੌਥਾ ਪਹਿਰ ਸ਼ੁਰੂ ਹੋ ਗਿਆ ਸੀ। ਇਸ ਪਿੰਡ ਨੂੰ ਪਾਰ ਕਰਨ ਲਈ ਸਾਹਮਣੇ ਪਹਾੜੀ ਉੱਤੇ ਚੜ੍ਹਦੀ ਪਗਡੰਡੀ ਦਿਸਣ ਲੱਗ ਪਈ ਸੀ। ਮਰਦਾਨੇ ਦਾ ਜੀਅ ਕੀਤਾ ਜੇ ਦਿਨ ਦਾ ਆਖਰੀ ਪੜਾਅ ਇੱਥੇ ਹੀ ਹੋ ਜਾਏ। ਪਿੰਡ 'ਚੋਂ ਨਿਕਲਿਆ ਇੱਕ ਸਾਧਾਂ ਦਾ ਟੋਲਾ ਬਿਲਕੁਲ ਘਰੇਲੂ ਗੱਲਾਂ ਕਰਦਾ ਸੁਣਿਆ, ਪਰ ਸਾਧ ਉਹਨਾਂ ਤੋਂ ਅੱਗੇ ਲੰਘਣ ਦੀ ਕਾਹਲ ਵਿੱਚ ਸਨ। ਉਹ ਜਲਦੀ ਇਸ ਪਿੰਡ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਵਿੱਚ ਸਨ। ਪਿੰਡ ਵੱਲੋਂ ਆਉਂਦੀ ਇੱਕ ਤਿਰਛੀ ਢਲਾਣ ਤੋਂ ਉੱਤਰਦੀ ਪਗਡੰਡੀ ਉੱਤੇ ਇੱਕ ਤੀਵੀਂ ਤੇ ਮਰਦ ਉੱਚੀ-ਉੱਚੀ ਬਹਿਸਦੇ ਨਜ਼ਰ ਆਏ। ਲੋ ਫੇਰ ਆ ਗਏ। ਸਾਧਾਂ ਦੇ ਟੋਲੇ 'ਚੋਂ ਕਿਸੇ ਦੀ ਆਵਾਜ਼ ਆਈ। ਹੁਣ ਉਹਨਾਂ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਸੀ। ਮੈਨੂੰ ਛੱਡ ਕੇ ਨਾ ਜਾ, ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦੀ। ਮੈਂ ਤੈਨੂੰ ਫੇਰ ਮਿਲਣ ਆਵਾਂਗਾ। ਨੌਜਵਾਨ ਦਾ ਪਹਿਰਾਵਾ ਗੇਰੂ ਰੰਗਾ ਸੀ। ਮੈਨੂੰ ਦੁਖੀ ਕਰਕੇ ਤੂੰ ਰੱਬ ਨੂੰ ਨਹੀਂ ਪਾ ਸਕਦਾ। ਮੁੜ ਜਾ ਜੈਨਦੀਪ, ਸੁਕਰਾਤ ਦੇ ਘਰਵਾਲੀ ਦਾ ਨਾਂ। ਪਰ ਮੈਂ ਤੈਨੂੰ ਸੁਕਰਾਤ ਨਹੀਂ ਕਹਿਣ ਲੱਗੀ। ਉਹ ਬਿਲਕੁਲ ਬਰਾਬਰ ਤੁਰ ਰਹੀ ਸੀ। ਪਗਡੰਡੀ ਨੇ ਘੁੰਮ ਕੇ ਇਸੇ ਰਾਹ 'ਚ ਮਿਲਣਾ ਸੀ ਜਿੱਥੇ ਬਾਬਾ ਤੇ ਮਰਦਾਨਾ ਚੱਲ ਰਹੇ ਸਨ। ਉਹ ਬਹਿਸਦੇ ਬਿਲਕੁਲ ਮਰਦਾਨੇ ਦੇ ਸਾਹਮਣੇ ਆ ਗਏ। ਲੈ ਹੁਣ ਸੁਕਰਾਤ ਬਣ ਕੇ ਮੁੜਾਂਗਾ, ਪਰ ਜ਼ਹਿਰ ਤਾਂ ਘਰ ਛੱਡ ਚੱਲਿਆ ਹੈ। ਉਹ ਲੰਬੇ ਕਦਮੀ ਸਾਧਾਂ ਦੇ ਟੋਲੇ 'ਚ ਜਾ ਮਿਲਿਆ ਜੋ ਉਹਨੂੰ ਪਿੰਡ ਛੱਡਣ ਆਏ ਸਨ। ਉਹ ਥੋੜ੍ਹਾ ਜਿਹਾ ਹੱਸੀ, ਫਿਰ ਚੁੱਪਚਾਪ ਪਿੰਡ ਵੱਲ ਵਾਪਸ ਮੁੜ ਗਈ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਉਹਦੇ ਲੰਬੇ ਸਾਹ ਜਦੋਂ ਮਰਦਾਨੇ ਕੋਲੋਂ ਲੰਘੇ ਤਾਂ ਲੱਗਿਆ ਸੀ ਕੁਝ ਬੋਲੇਗੀ, ਪਰ ਉਹ ਉਸੇ ਰਾਹ ਮੁੜ ਗਈ ਜਿੱਧਰੋਂ ਉਹ ਬਹਿਸਦੀ ਆਈ ਸੀ। ਇੱਕ ਵਾਰ ਤਾਂ ਮਰਦਾਨੇ ਦਾ ਵੀ ਜੀਅ ਕੀਤਾ ਕਿ ਉਸ ਕੁੜੀ ਦਾ ਪੱਖ ਲਿਆ ਜਾਵੇ, ਪਰ ਉਹ ਤੇ ਉਹਦਾ ਗੁਰੂ ਆਪ ਕੀ ਕਰ ਰਹੇ ਸਨ। ਰੱਖੀ ਤੇ ਸੁਲੱਖਣੀ ਦੇ ਚਿਹਰੇ ਸਾਹਮਣੇ ਆ ਖੜੇ ਹੋਏ। ਅਗਲਾ ਪਿੰਡ ਛੇਤੀ ਆ ਗਿਆ। ਖੜੇ ਕੋਹਲੂ ਦਾ ਬਲਦ ਪੈੜ ਵਿੱਚ ਹੀ ਬੈਠਾ ਦਿਸਿਆ। ਹਾਲੇ ਉਹਦੇ ਗਲ ਦਾ ਰੱਸਾ ਨਹੀਂ ਸੀ ਖੁੱਲਿਆ। ਪੈੜ ਨੇੜੇ ਕਹਾਣੀਆਂ ਸੁੱਕ ਰਹੀਆਂ ਸਨ। ਅਗਲੇ ਕਈ ਦਿਨਾਂ ਤੱਕ ਕੋਈ ਵੇਲ ਨਹੀਂ ਸੀ। ਬੈਠੇ ਬਲਦ ਨੇ ਇੱਕ ਵਾਰ ਅੱਖਾਂ ਚੱਕ ਸਾਧਾਂ ਦੇ ਟੋਲੇ ਵੱਲ ਵੇਖਿਆ, ਫਿਰ ਗਰਦਨ ਥੱਲੇ ਵੱਲ ਸੁੱਟ ਲਈ। ਸਾਈਂ ਜੀ, ਕਿੱਧਰੋਂ ਆਏ ਹੋ? ਉਹੀ ਨੌਜਵਾਨ ਪੁੱਛਣ ਲਈ ਪਿੱਛੇ ਚੱਲਦੇ ਬਾਬੇ ਲਈ ਰੁਕਿਆ। ਕੋਈ ਜਵਾਬ ਨਾ ਸੁਣ ਕੇ ਫੇਰ ਬੋਲਿਆ, ਕਿੱਥੋਂ ਦੇ ਬਸ਼ਿੰਦੇ ਹੋ? ਜਦੋਂ 2 ਪ੍ਰਸ਼ਨਾਂ ਦਾ ਉੱਤਰ ਨਹੀਂ ਦਿੱਤਾ ਤਾਂ ਮਰਦਾਨੇ ਨੂੰ ਪਤਾ ਸੀ ਇਹ ਚੁੱਪ ਬਾਬੇ ਦੇ ਜਵਾਬ ਲਈ ਹੀ ਹੈ। ਇਹ ਹੋਣ ਦੇਣਾ ਵੇਲੇ ਬਾਬੇ ਦੀ ਅਦਾ ਵੇਖਣ ਲਈ ਮਰਦਾਨੇ ਨੇ ਬਰਾਬਰ ਹੋਣ ਦੀ ਕੋਸ਼ਿਸ਼ ਕੀਤੀ। ਇਹ ਮਰਾਸੀ ਤੋਂ ਗੁਰੂ ਬਣਿਆ ਜਾਂ ਗੁਰੂ ਮਰਾਸੀ ਹੋ ਗਿਆ? ਦੋਵੇਂ ਹੀ। ਬਾਬਾ ਮੁਸਕਰਾ ਰਿਹਾ ਸੀ। ਉਸ ਜਵਾਨ ਚਿਹਰੇ ਨੇ ਕਈ ਵਾਰ ਝੁੱਕ ਕੇ ਬਾਬੇ ਦੇ ਹੱਸਦੇ ਚਿਹਰੇ ਵੱਲ ਵੇਖਿਆ। ਮੁੜ ਕੇ ਉਹਨੇ ਕੋਈ ਪ੍ਰਸ਼ਨ ਨਹੀਂ ਕੀਤਾ। ਉਹ ਲਗਭਗ ਬਾਬੇ ਦੇ ਬਰਾਬਰ ਤੁਰਦਾ ਰਿਹਾ। ਅੱਗੇ ਚੱਲਦਾ ਸਾਧਾਂ ਦਾ ਟੋਲਾ ਤੇਜ਼ ਕਦਮੀ ਦੂਰ ਲੰਘ ਗਿਆ। ਉਹ ਸਮਝਦੇ ਸੀ ਸ਼ਾਇਦ ਉਹਨੇ ਵਾਪਸ ਪਿੰਡ ਮੁੜਨ ਦਾ ਮਨ ਬਣਾ ਲਿਆ। ਫਿਰ ਦਰਖਤਾਂ ਦੀਆਂ ਛਾਵਾਂ ਫਿੱਕੀਆਂ ਪੈਣ ਲੱਗੀਆਂ। ਫਿਰ ਛਾਵਾਂ ਨੇ ਵੀ ਆਪਣਾ ਆਪਾ ਕਿਸੇ ਨੂੰ ਸੌਂਪ ਦਿੱਤਾ। ਦਰਖਤ ਜਿਨ੍ਹਾਂ ਤੋਂ ਉਤਰੀਆਂ ਸਨ ਉਹ ਵੀ ਆਪਣਾ ਦਿਸਣਾ ਨਹੀਂ ਬਚਾ ਸਕੇ। ਅੱਜ ਦੀ ਰਾਤ ਦੇ ਪੜਾਅ ਵੇਲੇ ਉਹ 3 ਜਣੇ ਸਨ। 2 ਜਣਿਆਂ ਨੂੰ ਕੀਰਤਨ ਕਰਦਾ ਵੇਖ ਪਿੰਡ ਵਾਲੇ ਚੁੱਪ ਬੈਠੇ ਚਿਹਰੇ ਵੱਲ ਹੈਰਾਨੀ ਨਾਲ ਵੇਖਦੇ ਰਹੇ।
ਉਹ ਖੂਬਸੂਰਤ ਨੌਜਵਾਨ ਸੀ। ਉਹਦਾ ਪਹਿਰਾਵਾ ਵੀ ਇਹਨਾਂ ਦੋਵਾਂ ਤੋਂ ਵੱਖਰਾ ਸੀ। ਕੀਰਤਨ ਤੋਂ ਬਾਅਦ ਕਈ ਜਣੇ ਉਹਨੂੰ ਲੈਣ ਆਏ। ਉਹ ਇਸ ਪਿੰਡ ਦਾ ਜਵਾਈ ਜੋ ਸੀ। ਦੂਜੀ ਸਵੇਰ ਤੁਰਨ ਵੇਲੇ ਲੋਕਾਂ ਨੇ ਇੰਨੀ ਕੀਰਤਨ ਦੀ ਗੱਲ ਨਹੀਂ ਕੀਤੀ ਜਿੰਨੀ ਉਹਨਾਂ ਪਿੰਡ ਦੇ ਜਵਾਈ ਨੂੰ ਵਾਪਸ ਲਿਆਉਣ ਦੀ ਕੀਤੀ ਸੀ। ਉਹ ਕਈ ਸਾਲਾਂ ਤੋਂ ਆਪਣੇ ਸਹੁਰੀ ਪਿੰਡ ਨਹੀਂ ਸੀ ਆਇਆ। ਧੰਨਵਾਦ। ਚੱਲਦਾ।